ਅੱਜ मैं ਤੁਹਾਨੂੰ ਰਾਈਟਿੰਗ ਸਟਾਰਟ ਕਰਵਾਉਣ ਜਾ ਰਹੀ ਹਾਂ ਜਿਸ ਦੇ ਵਿੱਚ ਮੈਂ ਤੁਹਾਨੂੰ ਰਾਈਟਿੰਗ ਟਾਸਕ 1 ਐਂਡ ਟਾਸਕ 2 ਕਰਵਾਉਂਗੀ। ਬਹੁਤ ਸਾਰੇ ਬੱਚੇ ਕਹਿੰਦੇ ਸੀ ਕਿ ਰਾਈਟਿੰਗ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਣ, ਸੋ ਮੈਂ ਰਾਈਟਿੰਗ ਦਾ ਕੰਟੈਂਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਤੇ ਇਹ ਰਾਈਟਿੰਗ ਦਾ ਬਹੁਤ ਇੰਪੋਰਟੈਂਟ ਕੰਟੈਂਟ ਹੈ ਜੋ ਕਿ ਐਗਜ਼ਾਮ ਦੇ ਵਿੱਚ ਆਉਣ ਦੇ 100% ਚਾਂਸਿਸ ਨੇ। ਰੀਸੈਂਟਲੀ ਮੇਰਾ ਜਿਹੜਾ ਮਟੀਰੀਅਲ ਹੈ ਰਿਪੀਟ ਹੋਇਆ, ਮੋਸਟਲੀ ਮੇਰਾ ਰੀਡਿੰਗ, ਲਿਸਨਿੰਗ ਤੇ ਰਾਈਟਿੰਗ ਦਾ ਜਿਹੜਾ ਮਟੀਰੀਅਲ ਹੈ ਉਹ ਰਿਪੀਟ ਹੁੰਦਾ ਐਗਜ਼ਾਮ ਦੇ ਵਿੱਚ, ਠੀਕ ਹੈ। ਸੋ ਹੁਣ ਇਹ ਸੀਰੀਜ਼ ਚੱਲਣਗੀਆਂ, ਸੀਰੀਜ਼ ਇਨ ਦਾ ਸੈਂਸ ਤੁਹਾਨੂੰ 20 ਵੀਡੀਓਜ਼ ਹੋਣਗੀਆਂ, 20 ਕਲਾਸਿਸ ਹੋਣਗੀਆਂ ਜਿਸ ਦੇ ਵਿੱਚ ਹਰੇਕ ਬੱਚਾ ਆਪਣਾ ਡਿਜ਼ਾਇਰਡ ਸਕੋਰ ਲੈ ਸਕਦਾ ਹੈ ਇਹਨਾਂ 20 ਵੀਡੀਓਜ਼ ਨੂੰ ਦੇਖ ਕੇ। ਜੇ ਤੁਸੀਂ ਇਹ 20 ਵੀਡੀਓਜ਼ ਦੇਖਦੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਪੂਰਾ ਕਲੈਰਿਟੀ ਹੋਊਗੀ ਕਿਉਂਕਿ ਟਾਸਕ 1 ਦੇ ਵਿੱਚ ਤੁਹਾਨੂੰ ਵਕੈਬ ਦੱਸੀ ਜਾਊਗੀ, ਤੁਸੀਂ ਕਿੱਦਾਂ ਦੇ ਵਰਡਸ ਯੂਜ਼ ਕਰ ਸਕਦੇ ਹੋ ਜੋ ਕਿ ਤੁਹਾਨੂੰ ਕਿਸੇ ਨੂੰ ਵੀ ਮੋਸਟਲੀ ਮੈਨੂੰ ਲੱਗਦਾ ਕਿ ਨਹੀਂ ਪਤਾ ਹੋਣਗੇ। ਤਾਂ ਕੁਝ ਇੱਦਾਂ ਦੇ ਵਰਡਸ ਹੈ ਜਿਹੜੇ ਟਾਸਕ 1 ਦੇ ਵਿੱਚ ਕਰਵਾਏ ਜਾਣਗੇ। ਐਂਡ ਇਸੇ ਤਰ੍ਹਾਂ ਟਾਸਕ 2 ਦੇ ਵਿੱਚ ਤੁਸੀਂ ਆਪਣਾ ਐਸੇ ਕਿਸ ਤਰ੍ਹਾਂ ਪਲਾਨ ਕਰਨਾ ਹੈ, ਈਚ ਐਂਡ ਐਵਰੀਥਿੰਗ ਦੱਸਿਆ ਜਾਊਗਾ ਤੁਹਾਨੂੰ। ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕੀ ਕਵਰ ਕਰਨਾ ਹੈ, ਕਿਸ ਤਰ੍ਹਾਂ ਤੁਸੀਂ ਬੀਪੀ ਬਣਾਉਣੇ ਆ, ਤਾਂ ਤੁਹਾਨੂੰ ਡਿਟੇਲ ਦੇ ਵਿੱਚ ਵੀਡੀਓਜ਼ ਮਿਲਣਗੀਆਂ। ਇਹ ਸੀਰੀਜ਼ ਆ ਰਹੀਆਂ ਨੇ, 20 ਵੀਡੀਓਜ਼ ਹੋਣਗੀਆਂ। 20 ਵੀਡੀਓਜ਼ ਦੇਖ ਕੇ ਹੀ ਤੁਸੀਂ ਬਹੁਤ ਐਗਜ਼ਾਮ ਲੈਵਲ ਦੀ ਤੁਸੀਂ ਆਪਣੀ ਪ੍ਰੈਕਟਿਸ ਕਰ ਸਕਦੇ ਹੋ ਔਰ ਮਟੀਰੀਅਲ ਵੀ ਬਿਲਕੁਲ ਐਗਜ਼ਾਮ ਲੈਵਲ ਦਾ ਹੀ ਹੋਊਗਾ। ਤਾਂ ਤੁਹਾਨੂੰ ਹਰੇਕ ਪੁਆਇੰਟ ਤੁਹਾਡਾ ਡਾਊਟ ਹੈ ਜਿਹੜਾ ਕਲੀਅਰ ਕੀਤਾ ਜਾਊਗਾ, ਠੀਕ ਹੈ ਫਰੈਂਡਸ। ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਦਾ ਜਿਹੜਾ ਟੌਪਿਕ ਹੈ ਟਾਸਕ 1 ਦਾ, ਉਹ ਮੈਂ ਸਟਾਰਟ ਕਰਵਾ ਰਹੀ ਹਾਂ ਬਾਰ ਗ੍ਰਾਫ ਤੋਂ। ਮੈਂ ਕਿਹਾ ਤੁਹਾਨੂੰ ਕਿ 20 ਡੇਜ਼ ਦੀਆਂ ਵੀਡੀਓਜ਼ ਹੋਣਗੀਆਂ ਤਾਂ ਹੁਣ ਇਹਦੇ ਵਿੱਚ ਸਾਰੇ ਹੀ ਗ੍ਰਾਫ ਹੋਣਗੇ, ਜਿਵੇਂ ਤੁਹਾਨੂੰ ਬਾਰ ਗ੍ਰਾਫ, ਠੀਕ ਹੈ, ਇਸੇ ਤਰ੍ਹਾਂ ਲਾਈਨ ਗ੍ਰਾਫ ਤੇ ਟੇਬਲ, ਠੀਕ ਹੈ, ਸਾਰੇ ਪਾਈ ਚਾਰਟ ਹੋ ਗਿਆ, ਉਸ ਤੋਂ ਇਲਾਵਾ ਜਿਵੇਂ ਕਿ ਪ੍ਰੋਸੈਸ ਹੋ ਗਿਆ, ਠੀਕ ਹੈ ਜੀ। ਸੋ ਸਾਰੇ ਸਟੂਡੈਂਟਸ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਤੁਹਾਨੂੰ ਹੀ ਬਹੁਤ ਜ਼ਿਆਦਾ ਇਹਦੇ ਬੈਨੀਫਿਟਸ ਮਿਲਣ ਵਾਲੇ ਨੇ। ਜਿਹੜੇ ਵੀ ਟੌਪਿਕ ਨੇ ਐਗਜ਼ਾਮ ਦੇ ਵਿੱਚ ਟਾਸਕ 1 ਵੀ ਐਜ਼ ਇਟ ਇਜ਼ ਸੇਮ ਰਿਪੀਟ ਹੋ ਸਕਦਾ। ਸੋ ਸਟਾਰਟ ਕਰਦੇ ਹਾਂ ਜੀ। ਟਾਸਕ 1 ਜੋ ਅੱਜ ਦਾ ਹੈਗਾ ਜੀ, ਦ ਚਾਰਟ ਬਿਲੋ ਸ਼ੋਜ਼ ਦ ਨੰਬਰ ਆਫ ਜੌਬਸ in tourism related industries in one UK city between 1989 and 2009। ਸੋ ਜਿਹੜਾ ਹੁਣ ਅੱਜ ਦਾ ਚਾਰਟ ਹੈ, ਬਾਰ ਗ੍ਰਾਫ ਆ, ਠੀਕ ਹੈ, ਉਹਦੇ ਵਿੱਚ ਕੀ ਦੱਸਿਆ ਹੋਇਆ, ਕੁਛ ਨੰਬਰ ਆਫ ਜੌਬਸ ਦੀ ਗੱਲ ਹੋਈ ਆ, ਕਿਹੜੀ ਉਸ ਦੇ ਵਿੱਚ ਟੂਰਿਜ਼ਮ ਇੰਡਸਟਰੀਜ਼ ਦੇ ਵਿੱਚ ਹੋਈ ਆ। ਟੂਰਿਜ਼ਮ ਰਿਲੇਟਡ ਇੰਡਸਟਰੀਜ਼ ਦਿੱਤੀਆਂ ਹੋਈਆਂ ਆਪਾਂ ਨੂੰ 4, ਠੀਕ ਆ, ਇਨ 1 UK ਸਿਟੀ, ਇੱਕ ਸਿਟੀ ਦੇ ਵਿੱਚ। 1 ਨੂੰ ਤੁਸੀਂ ਕੀ ਕਹਿ ਸਕਦੇ ਹੋ, ਜਿਵੇਂ ਪਾਰਟੀਕੂਲਰ, ਸਪੈਸੀਫਿਕ, ਠੀਕ ਆ, ਇੱਕ UK ਸਿਟੀ ਦੇ ਵਿੱਚ। ਔਰ ਟਾਈਮ ਪੀਰੀਅਡ ਕੀ ਦਿੱਤਾ ਹੋਇਆ, ਬਿਟਵੀਨ 1989 ਐਂਡ 2009, ਠੀਕ ਆ। ਤਾਂ ਇੱਕ ਚੀਜ਼ ਪਹਿਲਾਂ ਤਾਂ ਹੁਣ ਜਿਹੜੇ ਬੱਚਿਆਂ ਨੂੰ ਕੁਛ ਨੂੰ ਇਹ ਨਹੀਂ ਪਤਾ, ਬਿਲਕੁਲ ਜੋ ਨਿਊ ਹੋਣਗੇ, ਤਾਂ ਜਿਹੜਾ ਟਾਸਕ 1 ਹੁੰਦਾ, ਠੀਕ ਹੈ, ਇਸ ਦੇ ਲਈ ਤੁਹਾਨੂੰ ਜਿਹੜਾ ਕੀ ਹੈ ਟਾਸਕ 1 ਦੇ ਵਿੱਚ 150 to 170 ਵਰਡਸ ਦੀ ਲਿਮਿਟ ਹੁੰਦੀ ਹੈ। ਤੁਸੀਂ ਇਸ ਨੂੰ ਆਪਣਾ ਇੰਟਰੋਡਕਸ਼ਨ, BP1, BP2, ਬੋਡੀ ਪੈਰਾਗ੍ਰਾਫ ਜਿਸ ਨੂੰ ਕਿਹਾ ਜਾਂਦਾ ਹੈ, ਦੈਨ ਉਸ ਤੋਂ ਬਾਅਦ ਤੁਸੀਂ ਇਸ ਦਾ ਕਨਕਲੂਜ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਨਿਚੋੜ ਕੱਢ ਕੇ ਲਿਖਣਾ ਹੁੰਦਾ। ਮੋਸਟਲੀ ਆਪਾਂ 4 ਪੈਰਾਗ੍ਰਾਫ ਦੇ ਵਿੱਚ ਇਹਨੂੰ ਕਵਰ ਕਰ ਦਿੰਦੇ ਹਾਂ, ਠੀਕ ਹੈ ਜੀ। ਸੋ ਇੰਟਰੋ ਦੇ ਵਿੱਚ ਕੀ ਕਵਰ ਕਰਨਾ ਹੁੰਦਾ, ਠੀਕ ਹੈ, ਇੰਟਰੋਡਕਸ਼ਨ ਹੁੰਦੀ ਹੈ ਜਿਹੜੀ। ਹਾਲੇ ਆਪਾਂ ਟਾਸਕ ਨਹੀਂ ਸਟਾਰਟ ਕਰ ਰਹੇ। ਜੋ ਬਿਲਕੁਲ ਨਿਊ ਨੇ, ਜਿਨ੍ਹਾਂ ਨੂੰ ਆਇਲਸ ਬਾਰੇ ਕੁਝ ਵੀ ਨਹੀਂ ਪਤਾ, ਤਾਂ ਉਹਨਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਣ ਵਾਲੀ ਹੈ ਵੀਡੀਓ। ਸੋ ਟਾਸਕ 1 ਦੇ ਵਿੱਚ ਜਿਹੜੀ ਆਪਾਂ ਇੰਟਰੋ ਕਵਰ ਕਰਦੇ ਹਾਂ ਜੀ, ਇੰਟਰੋ ਦੇ ਵਿੱਚ ਆਪਾਂ ਓਵਰਵਿਊ ਦਿੰਦੇ ਹਾਂ ਕਿ ਐਗਜ਼ਾਮੀਨਰ ਰੀਡ ਕਰੇ ਕਿ ਜਿਹੜਾ ਟਾਸਕ 1 ਹੈ ਉਹ ਹੈ ਕਿਸ ਦੇ ਬਾਰੇ। ਮਤਲਬ ਕਿ ਆਪਾਂ ਪੈਰਾਫਰੇਜ਼ਿੰਗ ਕਰਦੇ ਹਾਂ ਜਿਹੜੀ ਕੁਐਸਚਨ ਸਟੇਟਮੈਂਟ ਹੁੰਦੀ ਆ, ਤੇ ਉਹਦੇ ਵਿੱਚ ਆਪਾਂ ਸਾਰਾ ਹੀ ਪੈਰਾਫਰੇਜ਼ਿੰਗ ਕਰਕੇ, ਪੈਰਾਫਰੇਜ਼ਿੰਗ ਕੀ ਹੁੰਦੀ ਹੈ ਕਿ ਆਪਣੀ ਵਰਡਿੰਗ ਦੇ ਵਿੱਚ ਮੀਨਿੰਗ ਸੇਮ ਨਿਕਲਦਾ ਹੈ, ਆਪਣੀ ਵਰਡਿੰਗ ਦੇ ਵਿੱਚ ਆਪਾਂ ਇੰਟਰੋ ਬਣਾਉਂਦੇ ਹਾਂ ਤੇ ਇੱਕ ਓਵਰਵਿਊ ਦੇ ਦਿੰਦੇ ਹਾਂ ਕਿ ਹਾਂ ਅਸੀਂ ਇਸ ਟੌਪਿਕ ਦੇ ਵਿੱਚ ਇਹ ਵਾਲਾ ਸਾਰਾ ਕੁਛ ਹੈ ਕਵਰ ਕਰਾਂਗੇ। BP1 ਐਂਡ BP2, BP1 ਦੇ ਵਿੱਚ ਜਿਵੇਂ ਕਿ ਜਿਹੜਾ ਆਪਾਂ ਨੂੰ ਡੇਟਾ ਦਿੱਤਾ ਹੁੰਦਾ, ਉਹ ਡੇਟਾ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ, ਠੀਕ ਹੈ, ਉਹਨੂੰ ਸਾਰਾ ਸ਼ੋਅ ਕਰਦੇ ਹਾਂ ਕਿ ਮੇਨ ਪੁਆਇੰਟ ਕੀ ਆ। ਇਹ ਨਹੀਂ ਕਿ ਆਪਾਂ ਸਾਰਾ ਹੀ ਇਲੈਬੋਰੇਟ ਕਰਦੇ ਹੁੰਦੇ ਆ, ਆਪਾਂ ਸਿਰਫ ਇਹ ਦੇਖਣਾ ਕਿ ਮੇਨ ਹੋਇਆ ਕੀ ਹੈ ਟੌਪਿਕ ਦੇ ਵਿੱਚ, ਮੇਨ ਹੋਇਆ ਕੀ ਹੈ ਟਾਸਕ ਦੇ ਵਿੱਚ, ਕੀ ਸਾਨੂੰ ਸਭ ਤੋਂ ਜ਼ਿਆਦਾ ਇਸ ਚੋਂ ਸਿਗਨੀਫਿਕੈਂਟ ਆ, ਉਹਨੂੰ ਫਾਈਂਡ ਆਊਟ ਕਰਨਾ ਹੈ। BP1 ਤੇ BP2 ਆਪਾਂ ਦੋਨੋਂ ਉਸ 'ਤੇ ਬਣਾਉਂਦੇ ਆ ਤੇ ਲਾਸਟ ਤੇ ਜਿਹੜਾ ਰਿਜ਼ਲਟ ਦਿੰਦੇ ਆ ਉਹਦੇ ਵਿੱਚ ਦੱਸਦੇ ਆ ਕਿ ਓਵਰਆਲ ਸਾਰਾ ਹੀ ਗ੍ਰਾਫ ਦੇ ਵਿੱਚ ਹੋਇਆ ਕੀ ਸੀ, ਠੀਕ ਆ, ਇੱਕ ਨਿਚੋੜ ਕੱਢ ਕੇ ਦੱਸਦੇ ਆ। ਸੋ ਸਟਾਰਟ ਕਰਦੇ ਹਾਂ। ਜਿਹੜਾ ਹੁਣ ਅੱਜ ਦਾ ਟੌਪਿਕ ਆ, ਠੀਕ ਆ, ਇਹ ਹੈਗਾ ਟੂਰਿਜ਼ਮ ਰਿਲੇਟਡ ਇੰਡਸਟਰੀਜ਼ ਦਿੱਤੀਆਂ ਹੋਈਆਂ ਨੇ, ਠੀਕ ਆ, ਤੁਹਾਨੂੰ 4 ਇੰਡਸਟਰੀਜ਼ ਦਿੱਤੀਆਂ ਹੋਈਆਂ ਨੇ, ਮੈਂਸ਼ਨ ਕੀਤੀਆਂ ਹੋਈਆਂ ਨੇ। ਕਲਰ ਵਾਈਜ਼ ਤੁਹਾਨੂੰ ਬਾਰਸ ਬਣੀਆਂ ਹੋਈਆਂ ਨੇ, ਠੀਕ ਆ। ਸੋ ਕਲਰ ਵਾਈਜ਼ ਤੁਹਾਨੂੰ ਜਿਹੜੀਆਂ ਬਾਰਸ ਦਿੱਤੀਆਂ ਹੋਈਆਂ ਨੇ ਉਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਤੁਹਾਨੂੰ ਇੰਡਸਟਰੀਜ਼ ਨੇ, ਠੀਕ ਆ, ਟੂਰਿਜ਼ਮ ਦੇ ਰਿਲੇਟਡ। ਸੋ ਹੁਣ ਆਪਾਂ ਇਹਦੇ ਵਿੱਚ ਦੇਖਣਾ ਹੈ ਕਿ ਜਿਹੜਾ ਬਲੂ ਕਲਰ ਹੈ, ਠੀਕ ਆ, ਉਹ ਰੈਸਟੋਰੈਂਟਸ ਦਾ ਦਿੱਤਾ ਹੋਇਆ ਜਿਵੇਂ ਕਿ, ਠੀਕ ਆ,
उस तो बाद जी नैक्सट बार है वो अलग उन्होंने इंडस्ट्री दी है, थर्ड वन अलग है जिमें स्पोर्ट ते लेजर्स की दी हुई है, तो लास्ट वाली थोनों एक अलग बार दी हुई है। तो कलर आप डिफरेंशिएट करांगे। जे हुण आप सब तो पहला देखिए जी ब्लू है रेस्टोरेंट्स की गल हो रही है, तो सब तो ज़्यादा हाई आ, ठीक है, मतलब कि सब तो ज़्यादा है जे आप देखिए अप्रॉक्सीमेटली सिर्फ एक ईयर में छड्ड के उन्होंने आप एक्सैप्शन कह दिंदे हुंदे आ, ठीक है। तो इस तरह जे आप देखिए जो येलो वाली बार है वो सब तो घट आ, सिर्फ एक दे विच ज़्यादा है, ठीक है। तो इस तरह आप जिमें होटल्स दिते हुए आ, ठीक है, सैकेंड बार बनी हुई आ, उहदे विच भी सिर्फ एक दे विच ज़्यादा है, बाकियां दे विच आपां उहनूं सैकेंड नंबर काउंट कर सकते हैं। सो आपां हुण स्टार्ट करते हैं, देखते हैं इहदे विच वकैब किहड़ी यूज़ होनी आ। तो हुण पहला मैं दसूँगी कि आपां इहदे विच किहड़े-किहड़े वर्ड्स ने वकैब दे यूज़ करांगे, वो मैं तुहानूं दसूँगी, सेंटेंस वाइज भी दसूँगी। उस तो पहला फर्स्ट वर्ड है जी जो तुसीं होर टास्क च भी यूज़ कर सकते हो, टास्क 1 बूस्टड। बूस्टड का मतलब होंदा इनक्रीज़, ठीक है, कोई चीज़ वध रही है, बूस्ट हो चुकी है, क्योंकि हुण ईयर के अकॉर्डिंग जो टास्क 1 होंदा मोस्टली आपां इहनूं पास्ट दे विच लिखदे आ, आपां ईयर्स देखने आ। बहुत घट चांसिस होंदे कि तुहानूं 2050 की गल हो जाए, उस टाइम अपना फ्यूचर च जांदा हुंदा। सो बहुत ज़्यादा चांस यही होंदा कि आपां टास्क 1 जिहड़ा पास्ट च लिखदे आ, आपां ईयर देखने हुंदे आ। फिर सैकेंड है डिस्पाइट। डिस्पाइट की हुंदा इस दे बावजूद। नैक्सट है डिटोरेशन। डिटोरेशन का मतलब होंदा है कुछ नेगेटिव, कोई फॉल आना। नैक्सट है रिमाइंडर, जो बच गए, रिमाइंडर, ठीक है। नैक्सट है सरपास्ड। सरपास का मतलब अगे वध जाना, ओवरटेक कर लेना, मतलब कि एक जो कोई इंडस्ट्री आ उन्होंने पिछे छड्ड के दूसरी इंडस्ट्री उन्होंने सरपास कर रही है, उन्होंने पिछे छड्डना, आप अगे लंघ जाना। रफली जिमें आप कहने अप्रॉक्सीमेटली, ठीक है, भी रफली जो अंदाजा ला रहे हैं। नैक्सट है प्लंजड। हुण जिहड़ा प्लंजड वर्ड है ये आप यूज़ करते हैं जंप, कोई चीज़ क्विकली जंप हुई आ, ठीक है, चाहे वो इनक्रीज़ हुई हो चाहे डिक्रीज़, वो आप सिचुएशन के अकॉर्डिंग करते हैं। नैक्सट है डिकेड। डिकेड वर्ड आप कहने जी 10 सालों के पीरीयड में, ठीक है, जो 10 सालों का पीरीयड होंगे उन्होंने आप कहने डिकेड। नाइन्थ है नोटिसिएबल, कोई नोटिसिएबल चेंज आना, जिमें आप कह नहीं दिंदे भी हाँ ये चीज़ नोटिसिएबल आ, भी हाँ कुछ अलग होया। नैक्सट है लेटर। लेटर आप पिछले वाले नूं कहा जाता है, जिमें दो स्टेटमेंट्स ने, ठीक है, दो इंडस्ट्रीज़ ने, जिमें फर्स्ट आप कह दीए फॉर एग्जाम्पल होटल है, दूसरा रेस्टोरेंट, मैं एग्जाम्पल दी है इत्थे, ठीक है। तो फार्मर किहड़ा हो गया जिहड़ा फर्स्ट ते होगा, लेटर हो गया जो सैकेंड ते होगा। सो ये वकैब वर्ड्स हैं जो तुसी टास्क 1 च यूज़ कर सकते हो। सो हुण आपां स्टार्ट करांगे दी इंट्रोडक्शन। इंट्रोडक्शन किद्दां बनाउणी है मैं दस्सिया, ओवरऑल आपां इहदे विच की है एक पैराफ्रेजिंग करांगे ते सारा ही काउंट करांगे कि मोस्टली की फैक्टर्स होए ने, किहड़े-किहड़े ईयर दे विच की चेंजिस होईयां ने। सो हुण इहदी इंट्रोडक्शन किद्दां बनूगी, पैराफ्रेजिंग करांगे। द गिवन बार चार्ट कंपेयर्स द 4 ट्रैवल सैक्टर्स ऑफ द इकोनॉमी। सो डेफिनेटली इकोनॉमी का होगी क्योंकि उतो इनकम आऊगी। सो 4 सैक्टर्स ऑफ द इकोनॉमी कहते डिस्क्राइब किए गए ने, रेस्टोरेंट्स, होटल्स, स्पोर्ट्स एंड लेजर एंड ट्रैवल्स एंड टूर्स। सो ये 4 इंडस्ट्रीज ने इन द टर्म ऑफ नंबर ऑफ जॉब्स from 1989 to 2009 in a particular British urban area। सो उधर यूके कहा सी, आपां यूके नूं की लिख सकते हैं, उत्थे 1 कहा सी, 1 नूं आपां की लिखिया पर्टिकुलर, क्योंकि ये तो सिंपल है, जो मैं होर वकैब यूज़ की मैं तुहानूं एलैबोरेट करती। ब्रिटिश अर्बन एरिया की है यूके, ठीक है जी। सो यूके नूं तुसीं ब्रिटिश अर्बन एरिया लिख सकते हो, पैराफ्रेजिंग कर सकते हो। सो ये आप कुछ नहीं, सिर्फ पैराफ्रेजिंग की इंट्रोडक्शन दे। सो हुण मेन पॉइंट की है, हुण बीपी देखना है आपने, बीपी दे विच आपां की एलैबोरेट करांगे। सो कहते फर्स्ट ईयर की आ 1989 आ, ठीक है। इन 1989 द सिटीज रेस्टोरेंट्स हायर्ड अराउंड 1100 इंप्लॉयज़। हुण तुहानूं दिख रहा कि की होया 1989 दे विच 1100 इंप्लॉय की किए गए ने, हायर किए गए ने, रखे गए ने, ठीक है, यही चीज़ हुई आ। फिर उस तो बाद यह नंबर की होया, इनक्रीज़ होया है, ठीक है। इनक्रीज़ किद्दां होया, द नंबर बूस्टेड मीनिंगफुली बिफोर रीचिंग द टॉप एट 1600 जॉब्स इन 2004। सो की होया जिहड़ा ये नंबर है वधिया है, ठीक है, बूस्टेड मैं तुहानूं कहा सी इनक्रीज़ होना, ठीक है। 2014 दे विच सॉरी 2004 दे विच की हो गया है 1600 जॉब्स हो गई ने। डिस्पाइट अ माइनर डिटोरेशन, मैं क्या सी थोड़ी जी माइनर होंदा थोड़ा या घटना, ठीक है। ड्यूरिंग द रिमाइंडर ऑफ द पीरियड
it still maintain the highest labor efficiency in comparison to other domains। ਭਾਵੇਂ ਕਿ ਕਹਿੰਦੇ ਇਹਦੇ ਵਿੱਚ ਗਿਰਾਵਟ ਤਾਂ ਆਈ ਆ, ਮਾਈਨਰ ਡਿਟੋਰੀਏਸ਼ਨ ਆਈ ਆ, ਪਰ ਜੇ ਆਪਾਂ ਰਿਮਾਈਂਡਰ ਦੇ ਨਾਲ ਬਾਕੀਆਂ ਦੇ ਨਾਲ ਕੰਪੇਅਰ ਕਰੀਏ ਫਿਰ ਵੀ ਇਹਦੀ ਜਿਹੜੀ ਲੇਬਰ ਐਫੀਸ਼ੀਐਂਸੀ ਆ ਉਹ ਕੀ ਰਹੀ ਆ, ਵੱਧ ਰਹੀ ਆ ਅਦਰ ਡੋਮੇਨਸ ਮਤਲਬ ਕਿ ਅਦਰ ਇੰਡਸਟਰੀਜ਼ ਨਾਲੋਂ। ਸੋ ਇਹੀ ਹੋਇਆ। ਜੇ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ, ਪਿਕਚਰ ਦੇਖੋ ਤੁਹਾਨੂੰ ਸਾਹਮਣੇ ਹੀ ਨਾਲ ਦੀ ਨਾਲ ਤੁਹਾਨੂੰ ਪਿਕਚਰ ਸ਼ੇਅਰ ਹੋ ਰਹੀ ਆ। ਜੇ ਤੁਸੀਂ ਹੁਣ ਪਿਕਚਰ ਦੇ ਵਿੱਚ ਦੇਖੋ ਤਾਂ ਇਹੀ ਹੋਇਆ, ਥੋੜੀ ਜਿਹੀ ਡਿਟੋਰੀਏਸ਼ਨ ਆਈ, ਉਸ ਤੋਂ ਬਾਅਦ ਫਿਰ ਕੀ ਹੋਇਆ, ਅਗਰ ਆਪਾਂ ਹੋਰ ਦੇ ਨਾਲ ਇਹਨੂੰ ਕੰਪੇਅਰ ਕਰੀਏ ਤਾਂ ਫਿਰ ਵੀ ਇਹ ਜਿਹੜੀ ਕੀ ਰਹਿ ਰਹੀ ਆ, ਵੱਧ ਹੀ ਰਹਿ ਰਹੀ ਆ। ਸੋ ਸੈਕਿੰਡ, ਹੁਣ ਇਹਦਾ ਆਪਾਂ ਇੱਕ ਨੂੰ ਐਲੈਬੋਰੇਟ ਕਰਤਾ, ਠੀਕ ਹੈ। ਹੁਣ ਇੱਕ ਪੁਆਇੰਟ ਐਲੈਬੋਰੇਟ ਹੋ ਗਿਆ, ਹੁਣ ਆਪਾਂ ਨੂੰ 4 ਇੰਡਸਟਰੀਜ਼ ਨੇ, ਆਪਾਂ ਇੱਕ ਨੂੰ ਕੰਪੇਅਰ ਕਰਕੇ ਦੇਖੋ ਸਕੋਰ ਵਧੀਆ ਕਿਵੇਂ ਮਿਲ ਸਕਦਾ। ਇਹ ਨਹੀਂ ਹੈਗਾ ਕਿ ਪਹਿਲਾਂ ਤੁਸੀਂ ਪਹਿਲੇ ਈਅਰ ਦੇ 4 ਐਲੈਬੋਰੇਟ ਕਰ ਦੋ ਫਿਰ ਦੂਜੇ ਦੇ, ਨਹੀਂ। ਇੱਕ ਈਅਰ ਲਿੱਤਾ, ਇੱਕ ਈਅਰ ਤੋਂ ਵਿੱਚ ਜਿਹੜੀ ਆਪਾਂ ਇੱਕ ਇੰਡਸਟਰੀ ਆ ਉਹਨੂੰ ਹਰੇਕ ਈਅਰ ਦੇ ਨਾਲ ਕੰਪੇਅਰ ਕਰਕੇ ਕਰਾਂਗੇ, ਕੰਪੈਰੀਜ਼ਨ ਕਰੋਗੇ ਤਾਂ ਹੀ ਵਧੀਆ ਤੁਸੀਂ ਪੁਆਇੰਟਸ ਲਿਖ ਸਕਦੇ ਹੋ। ਹੁਣ ਉਸ ਤੋਂ ਬਾਅਦ ਹੁਣ ਆਪਾਂ ਦੂਸਰਾ, ਤੁਸੀਂ ਕਨੈਕਟਰ ਲਗਾਉਣਾ ਲਗਾ ਸਕਦੇ ਹੋ, ਹਾਊਐਵਰ ਮੋਰਓਵਰ, ਠੀਕ ਆ। ਸੋ ਬਟ ਅਗਲਾ ਕੀ ਹੈ, ਕਹਿੰਦੇ ਹੋਟਲਸ ਸਟੂਡ ਬਣਿਆ ਹੈ ਸਟੈਂਡ ਤੋਂ। ਕਿਹੜੀ ਪੋਜੀਸ਼ਨ ਤੇ ਨੇ? ਹੋਟਲ ਸਟੂਡ ਐਟ ਦਾ ਸੈਕਿੰਡ ਪੋਜੀਸ਼ਨ ਇਨ ਟਰਮਸ ਆਫ ਇੰਪਲੋਇਮੈਂਟ ਫॉर ਦਾ ਹੋਲ ਪੀਰੀਅਡ। ਸਾਰੀ ਉਹਦੇ ਵਿੱਚ ਜੇ ਆਪਾਂ ਦੇਖੀਏ ਕਿਹਨੂੰ ਛੱਡ ਕੇ, ਐਕਸਕਲੂਡਿੰਗ 1994 ਜੋ ਮੈਂ ਸਟਾਰਟਿੰਗ 'ਚ ਹੀ ਦੱਸਦਾ ਸੀ ਵੀ ਇਹ ਈਅਰ ਨੂੰ ਛੱਡ ਕੇ ਬਾਕੀ ਸਾਰਾ ਦੇਖਿਆ ਤਾਂ ਹੋਟਲਸ ਨੂੰ ਸੈਕਿੰਡ ਪੋਜੀਸ਼ਨ ਮਿਲ ਰਹੀ ਆ, ਠੀਕ ਆ। ਇੰਪਲੋਇਮੈਂਟ ਕੀ ਹੁੰਦਾ? ਵਰਕ, ਠੀਕ ਆ। ਹੋਲ ਪੀਰੀਅਡ ਹੁੰਦਾ ਸਾਰਾ ਪੀਰੀਅਡ। ਐਕਸਕਲੂਡਿੰਗ ਕਿਹਨੂੰ ਛੱਡ ਕੇ? 1994 ਨੂੰ ਛੱਡ ਕੇ। ਵੈਨ ਦੇ ਹੈਡ 1400 ਜੌਬਸ, ਠੀਕ ਆ। ਐਂਡ ਸਰਪਾਸਡ ਟੂ ਬੀ ਇਨ ਦਾ ਟॉप ਪੋਜੀਸ਼ਨ, ठीक है। फिर की हो गए सीगे, कहते सिर्फ इस ईयर ਨੂੰ ਛੱਡ ਕੇ ਜਦੋਂ ਉਹਨਾਂ ਕੋਲ 1400 ਜੌਬ ਸੀ ਤੇ ਉਹਨਾਂ ਨੇ ਸਰਪਾਸ ਕਰ ਗਏ ਸੀ, ਬਿਲਕੁਲ ਟॉप ਪੋਜੀਸ਼ਨ ਤੇ ਆ ਗਏ ਸੀ ਸਿਰਫ ਇੱਕ ਈਅਰ ਨੂੰ ਛੱਡ ਕੇ। ਉਸ ਤੋਂ ਬਾਅਦ ਕੀ ਹੋਇਆ? ਆਫਟਰ ਦੈਟ ਕਹਿੰਦੇ ਦਾ ਨੰਬਰ ਆਫ ਹੋਟਲ ਰਿਲੇਟਡ ਜੌਬਸ ਸਲੋਲੀ ਡਿਕਲਾਈਨ। ਫਿਰ ਇਹਨਾਂ ਦੇ ਵਿੱਚ ਹੌਲੀ ਹੌਲੀ ਜਿਹਨੂੰ ਆਪਾਂ ਕੀ ਕਹਿੰਦੇ ਆ, ਸਲੋਲੀ ਮਤਲਬ ਕਿ ਹੌਲੀ ਹੌਲੀ ਘਟਣਾ, ਡਿਕਲਾਈਨ ਹੁੰਦਾ ਡਿਕਰੀਜ਼ ਟੂ ਜਸਟ ਓਵਰ 1000 ਇਨ 2009 ਦੇ ਵਿੱਚ ਕੀ ਹੋ ਗਿਆ, ਕਹਿੰਦੇ ਹੌਲੀ ਹੌਲੀ ਡਿਕਲਾਈਨ ਆਇਆ ਤੇ ਇਹ ਕਿੰਨੀਆਂ ਰਹਿ ਗਈਆਂ? 1000 ਤੋਂ ਓਵਰ। ਹੁਣ ਇਹ ਨਹੀਂ ਆਪਾਂ 1000 ਲਿਖ ਦਾਂਗੇ ਕਿਉਂਕਿ ਆਪਾਂ ਨੂੰ ਅਪਰੋਕਸੀਮੇਟਲੀ ਹੀ ਪਤਾ ਹੈ, ਸੋ ਆਪਾਂ ਓਵਰ ਲਿਖ ਦਾਂਗੇ ਵੀ ਹਾਂ 1000 ਤੋਂ ਵੱਧ ਹੈ, ਠੀਕ ਹੈ। ਇਹ ਬਹੁਤ ਜ਼ਿਆਦਾ ਮੈਟਰ ਕਰਦੇ ਨੇ, ਓਵਰ ਹੋ ਗਿਆ, ਜਸਟ ਹੋ ਗਿਆ, ਸਟਿਲ ਹੋ ਗਿਆ ਵਰਡ, ਅਪਰੋਕਸੀਮੇਟਲੀ ਹੋ ਗਿਆ, ਸੋ ਇਹ ਵਰਡਸ ਬਹੁਤ ਜ਼ਿਆਦਾ ਮੈਟਰ ਕਰਦੇ ਨੇ। ਹੁਣ ਆਪਾਂ 2 ਪੁਆਇੰਟ ਐਲੈਬੋਰੇਟ ਕਰਤੇ ਤੇ BP1 ਆਪਣਾ ਕਵਰ ਹੋ ਗਿਆ। ਹੁਣ BP2 ਦੇ ਵਿੱਚ ਜਿਹੜੇ 2 ਫੈਕਟਰਸ ਹੋ ਰਹੇ ਗਏ, 2 ਇੰਡਸਟਰੀਜ਼ ਰਹਿ ਗਈਆਂ, ਉਹਨਾਂ ਨੂੰ ਤੁਸੀਂ ਐਕਸਪਲੇਨ ਕਰ ਦੋਗੇ। ਕਹਿੰਦੇ ਇਨ ਦਾ ਰਿਮੇਨਿੰਗ ਸੈਕਟਰਸ, ਜੋ ਰਿਮੇਨਿੰਗ ਸੈਕਟਰਸ ਰਹਿ ਗਏ, ਸਪੋਰਟਸ ਐਂਡ ਲੇਜ਼ਰ ਐਂਡ ਟਰੈਵਲ ਐਂਡ ਟੂਰਿਜ਼ਮ employed roughly 800 people between the period 1989 and 1994। ਹੁਣ ਆਪਾਂ ਨੇ ਕੀ ਕੀਤਾ? ਦੋਨਾਂ ਨੂੰ ਹੀ ਕਵਰ ਕਰਤਾ, ਦੋਨੇ ਇੰਡਸਟਰੀਜ਼ ਨੂੰ। ਕਿਹੜੇ ਪੀਰੀਅਡ ਤੋਂ ਲੈ ਕੇ? 1999 ਤੋਂ ਲੈ ਕੇ 1994 ਤੱਕ। ਉਹ 'ਚ ਕਿੰਨਾ ਰਿਹਾ? ਰਫਲੀ ਕਹਿੰਦੇ 800 ਪੀਪਲ ਰਹੇ ਜੋ ਕੰਮ ਕਰਦੇ ਸੀ, ਠੀਕ ਹੈ। ਓਵਰ ਦਾ ਨੈਕਸਟ ਡਿਕੇਡ 10 ਸਾਲਾਂ ਬਾਅਦ ਕੀ ਹੋਇਆ? 10 ਸਾਲਾਂ ਜਿਹੜਾ 94 ਤੋਂ ਬਾਅਦ 10 ਸਾਲ, ਠੀਕ ਹੈ। ਉਹ ਤੋਂ ਬਾਅਦ ਕੀ ਹੋਇਆ? ਕਹਿੰਦੇ ਵਾਈਲ ਸਪੋਰਟਸ ਐਂਡ ਲੈਜ਼ਰ ਜੌਬਸ ਰਿਮੇਨਡ ਕੌਨਸਟੈਂਟ ਐਟ ਅਬਾਊਟ 800। ਤੇ ਇਹ ਕਹਿੰਦੇ ਕੀ ਰਹਿ ਗਏ? ਕੌਨਸਟੈਂਟ ਰਹਿ ਗਏ, 800 ਤੇ ਹੀ ਰਹਿ ਗਏ। ਟਰੈਵਲ ਐਂਡ ਟੂਰ ਜੌਬਸ ਪਲੰਜਡ ਟੂ 600। ਤੇ ਜਿਹੜੀਆਂ ਇਹ ਵਾਲੀਆਂ ਜੌਬ ਸੀ ਇਹ ਕਿੱਥੇ ਕਰ ਗਈਆਂ? ਜੰਪ ਕਰ ਗਈਆਂ 600 ਤੇ। ਐਟ ਦ ਐਂਡ ਆਫ ਦਾ ਫੇਸ, ਲਾਸਟ ਈਅਰ ਦੇ ਵਿੱਚ ਐਂਡ ਫੇਸ 'ਚ ਕੀ ਹੋਇਆ? ਦ ਨੰਬਰ ਆਫ ਦਾ ਫਾਰਮਰ ਹੁੰਦਾ ਪਹਿਲਾ, ਨੰਬਰ ਆਫ ਫਾਰਮਰ ਕਿਹੜੀ ਗੱਲ ਹੋ ਰਹੀ ਹੈ? ਐਂਡ ਫੇਜ਼ ਦੇ ਵਿੱਚ ਨੰਬਰ ਆਫ ਫਾਰਮਰ ਕੀ ਸੀਗਾ? ਵਾਜ਼ ਪ੍ਰੈਕਟੀਕਲੀ ਟਵਾਈਸ ਦੈਟ ਆਫ ਦਾ ਲੇਟਰ। ਸੋ ਬਾਅਦ ਵਾਲੇ ਦਾ ਕਹਿੰਦੇ ਕੀ ਸੀ? ਟਵਾਈਸ ਸੀ ਜੋ ਪਹਿਲਾਂ ਵਾਲਾ ਸੀ। ਦੇਖੋ ਨਾ ਉਹ ਕਿੰਨਾ ਅਪਰੋਕਸੀਮੇਟਲੀ 700 ਹੈ ਤੇ ਦੂਸਰਾ ਕੀ ਹੈ? 400। ਤਾਂ ਡਬਲ ਹੀ ਹੋ ਗਿਆ ਅਪਰੋਕਸੀਮੇਟਲੀ। ਕਿਹਾ 400 ਦਾ ਡਬਲ ਕੀ ਹੁੰਦਾ? 800। ਸੋ ਕਹਿੰਦੇ ਕੀ ਆ? ਵਿਦ ਨੀਅਰਲੀ 700। ਹੁਣ ਨੀਅਰਲੀ ਵੀ ਕਿਉਂ ਲਿਖਿਆ? ਕਿਉਂਕਿ ਉਹਦੇ ਲਗਭਗ ਸੀ ਕਹਿੰਦੇ। ਐਂਡ ਐਗਜ਼ੈਕਟਲੀ, ਤੇ ਐਗਜ਼ੈਕਟਲੀ ਜਿਹੜਾ ਪੂਰੀ ਆਪਾਂ ਨੂੰ ਫਿਗਰ ਪਤਾ ਉੱਥੇ ਆਪਾਂ ਵਰਡ ਐਗਜ਼ੈਕਟਲੀ ਪਾਤਾ। 400 ਇੰਪਲੋਈਜ਼ ਰਿਸਪੈਕਟਿਵਲੀ। ਤੇ ਇੱਕ ਚੀਜ਼ ਦਾ ਹੋ ਧਿਆਨ ਰੱਖੋ, ਜਦੋਂ ਆਪਾਂ 2 ਫਿਗਰਸ ਚੱਕਦੇ ਹਾਂ ਤੇ ਐਂਡ ਤੇ ਰਿਸਪੈਕਟਿਵਲੀ ਵਰਡ ਆਪਾਂ ਜ਼ਰੂਰ ਲਿਖਦੇ ਹਾਂ। ਓਵਰਆਲ ਕੀ ਕੱਢਾਂਗੇ ਹੁਣ ਇਸ ਦਾ ਆਪਾਂ? ਕਹਿੰਦੇ ਦਾ ਰੈਸਟੋਰੈਂਟ ਵਾਜ਼ ਦਾ ਇੰਡਸਟਰੀ ਦੈਟ ਕ੍ਰੀਏਟਡ ਦਾ ਮੋਸਟ ਜੌਬਸ ਅਮੰਗ ਦਾ 4 ਕੈਟਾਗਰੀਜ਼ ਸਰਵੇਡ ਡਿਊਰਿੰਗ ਦਾ ਪੀਰੀਅਡ। ਸੋ ਕਹਿੰਦੇ ਰੈਸਟੋਰੈਂਟ ਹੀ ਟॉप ਇੰਡਸਟਰੀ ਸੀ ਜੋ ਜ਼ਿਆਦਾ ਜੌਬਸ ਪ੍ਰੋਵਾਈਡ ਕਰ ਰਹੀ ਸੀ। ਅਡੀਸ਼ਨਲੀ ਦਿਸ ਸੈਕਟਰ ਹੈਜ਼ ਸੀਨ ਅ ਰਾਈਜ਼ਿੰਗ ਟ੍ਰੈਂਡ ਦੇਖਿਆ ਗਿਆ, while the other 2 sectors have seen a noticeable decline over these 2 decades।
ਸੋ ਤੇ ਦੋ ਇੰਡਸਟਰੀਜ਼ ਨੇ ਕਿ ਦੋ ਸੈਕਟਰਸ ਨੇ ਜੋ ਆਪਾਂ ਐਲੈਬੋਰੇਟ ਹੀ ਕਰ ਚੁੱਕੇ ਹਾਂ, ਉਹਦੇ ਵਿੱਚ ਆਪਾਂ ਦੱਸ ਚੁੱਕੇ ਹਾਂ ਵੀ ਉਹਨਾਂ ਦੇ ਵਿੱਚ ਇੱਕ ਨੋਟਿਸੇਬਲ ਡਿਕਲਾਈਨ ਆਇਆ 2 ਦਹਾਕਿਆਂ ਦੇ ਵਿੱਚ। ਦੋ ਆਪਾਂ ਕਹਿੰਦੇ ਹਾਂ ਜਿਵੇਂ 2 ਡਿਕੇਡਸ ਮਤਲਬ ਕਿ 20 ਸਾਲਾਂ ਦੇ ਵਿੱਚ। ਸੋ ਠੀਕ ਆ ਫਰੈਂਡਸ, ਇਹ ਸੀਗਾ ਟਾਸਕ 1 ਤੇ ਬਹੁਤ ਇੰਪੋਰਟੈਂਟ ਟੌਪਿਕ ਆ। ਅਗੇਨ ਮੈਂ ਕਹਿ ਰਹੀ ਹਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਸੇਮ ਐਜ਼ ਇਟ ਇਜ਼ ਵੀ ਰਿਪੀਟ ਹੋ ਸਕਦਾ ਹੈ। ਓਕੇ ਫਰੈਂਡਸ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।